ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਅੱਧੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਬਹੁਤ ਸਾਰਾ ਮੀਂਹ ਪਿਆ। ਪੰਜਾਬ ਦੇ ਅੱਧੋਂ ਵੱਧ ਜ਼ਿਲ੍ਹਿਆਂ ਦੇ ਵਿੱਚ 6 ਤੋਂ ਲੈ ਕੇ 9 ਘੰਟੇ ਮੀਂਹ ਪਿਆ, ਜਿਹਦੇ ਕਰਕੇ ਜਲ ਥਲ ਹੋ ਗਿਆ। ਜਲੰਧਰ ਜਲ ਅੰਦਰ ਹੋ ਗਿਆ। ਬਠਿੰਡਾ, ਜਿਹਨੂੰ ਕਿ ਪਿਛਲੀ ਸਰਕਾਰ ਪੈਰਿਸ ਕਹਿੰਦੀ ਸੀ ਪੰਜਾਬ ਦਾ, ਉਹਦੇ ਵਿੱਚ ਕਈ ਥਾਵਾਂ ਦੇ ਉੱਤੇ ਗਲ ਤੱਕ ਪਾਣੀ ਭਰਿਆ ਹੋਇਆ। ਤਸਵੀਰਾਂ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੋਈਆਂ। ਉਹਦੇ ਵਿੱਚ ਦਿਸਦਾ ਕਿ ਇੱਕ ਬੰਦਾ ਰਿਕਸ਼ੇ ਦੇ ਉੱਤੇ ਜਾ ਰਿਹਾ। ਰਿਕਸ਼ੇ ਵਾਲਾ ਜਿਹੜਾ ਰਿਕਸ਼ਾ ਚਾਲਕ ਆ ਜਿਹੜਾ ਉਹਨੂੰ ਰੋੜ ਕੇ ਲਿਜਾ ਰਿਹਾ ਰਿਕਸ਼ੇ ਨੂੰ। ਉਹਦੇ ਇੱਥੋਂ ਤੱਕ ਪਾਣੀ ਭਰਿਆ ਹੋਇਆ, ਛਾਤੀ ਤੱਕ ਉਹਦੇ ਪਾਣੀ ਆਇਆ ਹੋਇਆ। ਅਤੇ ਜਿਹੜਾ ਉਹਦੇ 'ਤੇ ਬੈਠਾ ਸਵਾਰ ਉਹ ਸੀਟ ਦੇ ਉੱਤੇ ਖੜ੍ਹਾ ਹੋਇਆ ਤਾਂ ਜੋ ਮੇਰਾ ਕਿਤੇ ਪੈਰ ਦੇ ਵਿੱਚ ਡੁੱਬ ਜਾਣ, ਪਰ ਉਹਦੇ ਬੂਟਾਂ ਤੱਕ ਪਾਣੀ ਆਇਆ ਹੋਇਆ। ਕਹਿਣ ਦਾ ਭਾਵ ਇਹ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਜੇਕਰ 5-7 ਘੰਟੇ ਮੀਂਹ ਲਗਾਤਾਰ ਪੈ ਜਾਂਦਾ ਤਾਂ ਡੋਬਾ ਪੈ ਜਾਂਦਾ, ਅਤੇ ਜੇਕਰ ਸੋਕਾ ਪਵੇ ਤਾਂ ਵੀ ਆਮ ਇਨਸਾਨ ਦਾ ਨੁਕਸਾਨ ਹੁੰਦਾ। ਸੋ ਸਾਡੇ ਸੂਬੇ ਦੇ ਵਿੱਚ ਨਾ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੈ, ਨਾ ਹੀ ਕੋਈ ਸੀਵਰੇਜ ਦਾ ਢੁਕਵਾਂ ਪ੍ਰਬੰਧ ਹੈ, ਨਾ ਹੀ ਕੋਈ ਇੱਥੇ ਆਪਾਂ ਕਹਿ ਸਕਦੇ ਗਲੀਆਂ ਨਾਲੀਆਂ ਦਾ ਬਹੁਤ ਵਧੀਆ ਪ੍ਰਬੰਧ ਹੈ। ਸੋ ਇਸ ਵੇਲੇ ਪੰਜਾਬ ਦੇ ਅੱਧੋਂ ਵੱਧ ਜ਼ਿਲ੍ਹੇ ਪੱਟੇ ਹੋਏ ਆ। ਕਿਤੇ ਸੜਕ ਪੱਟੀ ਪਈ ਆ, ਕਿਤੇ ਪੁਲ ਬਣ ਰਿਹਾ, ਕਿਤੇ ਕੁਛ। ਯਾਨੀ ਕਿ ਜਦੋਂ 4.5 ਵਾਰੀ ਨਿਕਲ ਜਾਂਦੇ ਆ ਤੇ ਫਿਰ ਸਰਕਾਰਾਂ ਨੂੰ ਵਿਕਾਸ ਸ਼ਬਦ ਚੇਤੇ ਆਉਂਦਾ। ਜੇਕਰ ਵੇਲੇ ਸਿਰ ਇਹ ਕੰਮਕਾਜ ਹੁੰਦੇ ਰਹਿਣ ਤਾਂ ਫਿਰ ਹੋ ਸਕਦਾ ਰਾਜਨੀਤਿਕ ਲੋਕਾਂ ਨੂੰ ਕੋਈ ਨੁਕਸਾਨ ਜਾਪਦਾ ਹੋਵੇ ਵੀ ਲੋਕਾਂ ਨੂੰ ਕਿਹੜਾ ਚੇਤੇ ਰਹਿਣਾ ਵੀ ਅਸੀਂ 3 ਸਾਲ ਪਹਿਲਾਂ ਕਿਹੜਾ ਕੰਮ ਕਰਵਾਇਆ। ਪਰ ਅੱਜ ਕਿਸੇ ਵੀ ਸੜਕ ਤੋਂ ਲੰਘਣਾ ਔਖਾ ਹੋਇਆ ਪਿਆ। ਅੱਜ ਬੁਰੇ ਹਾਲ ਹੋਏ ਪਏ ਆ, ਪਟਾਈਆ ਚਾਰੇ ਪਾਸੇ ਆ। ਸੋ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹਦੇ ਬਾਰੇ ਜਾਣ ਤੋਂ ਪਹਿਲਾਂ ਇੱਕ ਦੁਖਦਾਈ ਖਬਰ ਸਾਂਝੀ ਕਰਨੀ ਬਣਦੀ ਹੈ। ਦੁਖਦਾਈ ਮੈਂ ਇਸ ਕਰਕੇ ਕਹਿਣਾ ਕਿਉਂਕਿ ਸਾਡੇ ਭਾਰਤ ਦੇ ਵਿੱਚ ਜ਼ਮੀਰ ਦਾ ਸੌਦਾ ਜਦੋਂ ਮਰਜ਼ੀ ਹੋ ਜੇ, ਪਰ ਅਸੀਂ ਪਸ਼ੂਆਂ ਦੇ ਸੌਦੇ ਦੇ ਉੱਤੇ ਪਾਬੰਦੀਆਂ ਲਾਉਂਦੇ ਹਾਂ। ਰਾਜਸਥਾਨ ਦੇ ਵਿੱਚ ਜਿਹੜੇ ਊਠ ਪਾਲ ਕੇ ਲੋਕ ਆਪਣੇ ਟੱਬਰ ਦਾ ਗੁਜ਼ਰ ਬਸਰ ਕਰਦੇ ਆ, ਉਹ 2015 ਤੋਂ ਬਹੁਤ ਸਤਾਏ ਹੋਏ ਆ। 2015 ਦੇ ਵਿੱਚ ਜਦੋਂ ਰਾਜਸਥਾਨ ਦੇ ਵਿੱਚ ਵਸੁੰਧਰਾ ਰਾਜੇ ਦੀ ਸਰਕਾਰ ਸੀ, ਉਹਨੇ ਇੱਕ ਨਵਾਂ ਨਿਯਮ ਲਿਆਂਦਾ, ਉਹਨੇ ਇੱਕ ਨਵਾਂ ਕਾਨੂੰਨ ਲਿਆਂਦਾ। ਉਹਦੇ ਤਹਿਤ ਊਠ ਨੂੰ ਕਿਤੇ ਵੀ ਬਾਹਰਲੇ ਮੁਲਕ ਦੇ ਵਿੱਚ ਭੇਜਿਆ ਨਹੀਂ ਜਾ ਸਕਦਾ। ਅਰਬ ਦੇਸ਼ਾਂ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਭੇਜੇ ਜਾਂਦੇ ਸੀਗੇ, ਉੱਥੇ ਉਹਨਾਂ ਦੀ ਕੁਰਬਾਨੀ ਦਿੱਤੀ ਜਾਂਦੀ ਸੀ। ਜਿਹੜੇ ਊਠ ਪਾਲਕ ਆ, ਕਈ ਤਾਂ ਇਹੋ ਜਿਹੇ ਪਰਿਵਾਰ ਆ, ਕਈ ਇਹੋ ਜਿਹੇ ਭਾਈਚਾਰੇ ਆ ਜਿਹੜੇ ਊਠਾਂ ਦਾ ਕਾਰੋਬਾਰ ਹੀ ਕਰਦੇ ਅਤੇ ਉੱਥੋਂ ਉਹਨਾਂ ਦਾ ਰੋਜ਼ੀ ਰੋਟੀ ਚੱਲਦੀ ਹੈ। ਪਰ ਜਦੋਂ 2015 ਦੇ ਵਿੱਚ ਨਵਾਂ ਕਾਨੂੰਨ ਬਣਾ ਦਿੱਤਾ ਗਿਆ, ਉਸ ਤੋਂ ਬਾਅਦ ਜੇਕਰ ਕਿਸੇ ਨੇ ਬਾਹਰ ਭੇਜਣਾ ਊਠ ਤਾਂ ਉਹਦੇ ਲਈ ਕਲੈਕਟਰ ਤੋਂ ਜਾਂ ਸੀਨੀਅਰ ਅਧਿਕਾਰੀਆਂ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਆ। ਊਠ ਨੂੰ ਇੱਕ ਤੋਂ ਦੂਜੀ ਥਾਂ ਤੱਕ ਲਿਆਉਣ ਦੇ ਲਈ ਵੀ ਬਹੁਤ ਵੱਡੀ ਪ੍ਰਵਾਨਗੀ ਲੈਣ ਦੀ ਲੋੜ ਆ, ਅਤੇ ਕਈ ਮਹੀਨੇ ਉਸ ਪ੍ਰਵਾਨਗੀ ਨੂੰ ਲੈਣ ਦੇ ਉੱਤੇ ਲੱਗ ਜਾਂਦੇ ਆ, ਜਿਹਦੇ ਕਰਕੇ ਜਿਹੜਾ ਊਠ ਪਹਿਲਾਂ 40, 50, 60 ਹਜ਼ਾਰ ਰੁਪਈਏ ਦਾ ਹੁੰਦਾ ਸੀ, ਅੱਜ ਕੱਲ੍ਹ ਰਾਜਸਥਾਨ ਦੇ ਵਿੱਚ 5, 7 ਹਜ਼ਾਰ ਰੁਪਈਏ ਦੇ ਵਿੱਚ ਊਠ ਵਿਕ ਰਹੇ ਆ। ਯਾਨੀ ਕਿ ਇੱਥੇ ਅਸੀਂ ਪਸ਼ੂਆਂ ਦੀ ਸੰਭਾਲ ਦੇ ਲਈ ਬਹੁਤ ਕੁਝ ਕਰਦੇ। ਸਾਨੂੰ ਇਤਰਾਜ਼ ਨਹੀਂ, ਕਰਨਾ ਵੀ ਚਾਹੀਦਾ। ਬੇਜ਼ੁਬਾਨਾਂ ਲਈ ਮਨੁੱਖ ਨਹੀਂ ਕੁਝ ਨਾ ਕੁਝ ਕਰਨਾ, ਪਰ ਜਿਹੜੇ ਜ਼ੁਬਾਨਾਂ ਵਾਲੇ ਮਨੁੱਖ ਆ, ਜਿਹੜੇ ਵੋਟਾਂ ਪਾਉਂਦੇ ਆ, ਉਹ ਜਦੋਂ ਮਰਜ਼ੀ ਮਰ ਮੁੱਕ ਜਾਣ। ਜ਼ਮੀਰਾਂ ਜਦੋਂ ਮਰਜ਼ੀ ਵੇਚ ਦਿਓ, ਪਰ ਊਠ ਨਹੀਂ ਵੇਚਣਾ। ਪਸ਼ੂਆਂ ਦੇ ਨਾਂ ਦੇ ਉੱਤੇ ਰਾਜਨੀਤੀ ਹੋ ਰਹੀ ਹੈ। ਮਤਲਬ ਕਹਿਣ ਦਾ ਇਹ ਹੈ ਕਿ ਸਰਕਾਰਾਂ ਨੂੰ ਚਾਹੀਦਾ ਕਿ ਉਹਨਾਂ ਲੋਕਾਂ ਨੂੰ ਜਿਉਂਦੇ ਰੱਖਣ ਦੇ ਲਈ, ਉਹਨਾਂ ਦੀ ਜੀਵਿਕਾ ਚਲਾਉਣ ਦੇ ਲਈ ਵੀ ਕੁਝ ਨਾ ਕੁਝ ਕੀਤਾ ਜਾਵੇ, ਜਿਹੜੇ ਲੋਕਾਂ ਨੇ ਸਾਨੂੰ ਵੋਟਾਂ ਪਾ ਕੇ ਚੁਣਿਆ। ਪੰਜਾਬ ਦੇ ਵਿੱਚ ਹੋਰ ਸਮੱਸਿਆਵਾਂ, ਰਾਜਸਥਾਨ ਦੇ ਵਿੱਚ ਹੋਰ ਸਮੱਸਿਆਵਾਂ, ਹੋਰ ਸੂਬਿਆਂ ਦੇ ਵਿੱਚ ਹੋਰ ਸਮੱਸਿਆਵਾਂ। ਕਿਹੜੇ ਸੂਬੇ ਦੇ ਵਿੱਚੋਂ ਸਮੱਸਿਆ ਦਾ ਹੱਲ ਕਰਦੀਆਂ ਸਰਕਾਰਾਂ, ਪਹਿਲਾਂ ਇਹਦਾ ਉੱਤਰ ਦੇਣਾ ਬਣਦਾ। ਅਤੇ ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਕਿਸਾਨ ਅੰਦੋਲਨ ਨਾਲ ਜੁੜੀ ਹੋਈ ਹੈ। ਬਾਰਡਰਾਂ ਦੇ ਉੱਤੇ ਬੈਠੇ ਹੋਏ ਕਿਸਾਨਾਂ ਨੂੰ 26 ਅਗਸਤ ਨੂੰ, ਯਾਨੀ ਕਿ ਹੁਣ ਤੋਂ 2-3 ਦਿਨਾਂ ਬਾਅਦ, ਆਪਾਂ ਜਾਣਦੇ ਹਾਂ ਕਿ 9 ਮਹੀਨੇ ਪੂਰੇ ਹੋ ਜਾਣੇ ਆ। ਪਰ ਉੱਧਰ ਬਾਰਡਰਾਂ ਦੇ ਉੱਤੇ ਸੰਘਰਸ਼ ਚੱਲ ਰਿਹਾ, ਇੱਧਰ ਪੰਜਾਬ ਦੇ ਵਿੱਚ ਵੀ ਸੰਘਰਸ਼ ਜ਼ੋਰਾਂ ਦੇ ਉੱਤੇ ਆ। ਲਗਾਤਾਰ 4 ਦਿਨ ਹੋ ਗਏ ਆ, ਅੱਜ 5ਵਾਂ ਦਿਨ ਪੰਜਾਬ ਦੇ ਵਿੱਚ ਸੰਘਰਸ਼ ਚੱਲਦੇ ਨੂੰ ਹੋ ਜਾਣਾ, ਕਿਉਂਕਿ ਇਸ ਵਕਤ ਗੰਨੇ ਦੇ ਭਾਅ ਦੇ ਵਿੱਚ ਕੈਪਟਨ ਦੀ ਸਰਕਾਰ ਵਾਧਾ ਨਹੀਂ ਕਰ ਰਹੀ। ਕਿਸਾਨ ਇਹ ਚਾਹੁੰਦੇ ਆ ਕਿ 4 ਸਾਲਾਂ ਤੋਂ ਜੋ ਤੁਸੀਂ ਗੰਨੇ ਦੇ ਭਾਅ ਦੇ ਵਿੱਚ 1 ਰੁਪਈਏ ਦਾ ਵਾਧਾ ਨਹੀਂ ਕੀਤਾ, ਦੁੱਕੀ ਦਾ ਵਾਧਾ ਨਹੀਂ ਕੀਤਾ, ਉਹਦੇ ਵਿੱਚ ਵਾਧਾ ਕੀਤਾ ਜਾਵੇ। ਕਿਉਂਕਿ ਗੁਆਂਢੀ ਸੂਬੇ ਹਰਿਆਣੇ ਦੇ ਵਿੱਚ ਵੀ ਸਾਡੇ ਨਾਲੋਂ ਵੱਧ ਭਾਅ, ਅਤੇ ਸੂਬੇ ਦੀ ਸਰਕਾਰ ਪਹਿਲਾਂ 310 ਰੁਪਈਏ ਕੁਇੰਟਲ ਗੰਨੇ ਦਾ ਭਾਅ ਦਿੰਦੀ ਸੀ। ਹੁਣ ਕੈਪਟਨ ਸਰਕਾਰ ਕਹਿੰਦੀ 15 ਰੁਪਈਏ ਕੁਇੰਟਲ ਪਿੱਛੇ ਅਸੀਂ ਵਧਾ ਦਿੰਦੇ ਹਾਂ, ਅਤੇ ਕਿਸਾਨ ਕਹਿੰਦੇ ਵੀ 15 ਰੁਪਈਆਂ ਦੇ ਵਿੱਚ ਅਸੀਂ ਆਪਦੇ ਮਸਲੇ ਕਿਵੇਂ ਹੱਲ ਕਰਾਂਗੇ। ਸਾਨੂੰ ਲਾਗਤ 380 ਰੁਪਈਏ ਤੋਂ ਉੱਤੇ ਦੀ ਪੈਂਦੀ ਹੈ, ਇਸ ਕਰਕੇ ਤੁਸੀਂ 400 ਰੁਪਈਏ ਕੁਇੰਟਲ ਘੱਟੋ ਘੱਟ ਇਹ ਭਾਅ ਕਰੋ। ਸੋ 2 ਮੀਟਿੰਗਾਂ ਅਸਫਲ ਹੋਈਆਂ, ਬੇਸਿੱਟਾ ਰਹੀਆਂ। ਪਰਸੋਂ ਮੀਟਿੰਗ ਹੋਈ ਸੀ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ, ਅਤੇ ਕੱਲ੍ਹ ਹੋਈ ਹੈ ਜਲੰਧਰ ਦੇ ਵਿੱਚ, ਪਰ ਨਾ ਪਰਸੋਂ ਵਾਲੀ ਦੇ ਵਿੱਚ ਕੋਈ ਨਤੀਜਾ ਨਿਕਲਿਆ, ਨਾ ਕੱਲ੍ਹ ਵਾਲੀ ਦੇ ਵਿੱਚ ਕੋਈ ਨਤੀਜਾ ਨਿਕਲਿਆ। ਪਰ ਇਸ ਤੋਂ ਇਲਾਵਾ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਣੀ ਹੈ। ਜੇ ਤਾਂ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਢੁਕਵਾਂ ਹੱਲ ਨਿਕਲ ਗਿਆ
ਤਾਂ ਠੀਕ ਹੈ, ਜੇ ਤਾਂ ਪੰਜਾਬ ਦੇ ਕਿਸਾਨਾਂ ਨੇ ਇਹ ਗੱਲ ਕਹੀ ਹੈ, ਕਿਸਾਨ ਆਗੂਆਂ ਨੇ ਗੱਲ ਕਹੀ ਹੈ ਵੀ ਪੂਰੇ ਪੰਜਾਬ ਨੂੰ ਬੰਦ ਕਰ ਦਿਆਂਗੇ, ਸੜਕਾਂ ਤੇ ਪੱਕਾ ਜਾਮ ਲਾ ਦਿਆਂਗੇ, ਰੇਲਵੇ ਟਰੈਕਾਂ ਦੇ ਉੱਤੇ ਅਸੀਂ ਆ ਕੇ ਬਹਿ ਜਾਾਂਗੇ, ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਥਰ-ਥਰ ਕੰਬੀ ਜਾਂਦੀ ਹੈ, ਕਿਉਂਕਿ ਇਸ ਵਕਤ 6 ਮਹੀਨੇ ਬਾਅਦ ਪੰਜਾਬ 'ਚ ਵੋਟਾਂ ਪੈਣੀਆਂ। ਤੇ ਜੇਕਰ ਕਿਸਾਨ ਇਸ ਕਦਰ ਸੂਬੇ ਦੀ ਸਰਕਾਰ ਦੇ ਪ੍ਰਤੀ ਵੀ ਖਿਲਾਫ ਹੋ ਗਏ, ਜਿਵੇਂ ਕਿ ਕੇਂਦਰ ਦੀ ਸਰਕਾਰ ਦੇ ਖਿਲਾਫ ਆ, ਤੇ ਫਿਰ ਕਾਂਗਰਸ ਨੂੰ ਹੱਥਾਂ ਪੈਰਾਂ ਦੀ ਪੈਣੀ ਕੁਦਰਤੀ ਹੈ। ਪੰਜਾਬ ਦੇ ਵਿੱਚ ਕਾਂਗਰਸਾਂ ਵੀ ਬਰਾਬਰ ਦੋ ਚੱਲਦੀਆਂ, ਇੱਕ ਕੈਪਟਨ ਅਮਰਿੰਦਰ ਸਿੰਘ ਵਾਲੀ, ਇੱਕ ਨਵਜੋਤ ਸਿੰਘ ਸਿੱਧੂ ਵਾਲੀ। ਸਿੱਧੂ ਸਾਹਿਬ ਇਹ ਗੱਲ ਕਹਿੰਦੇ ਕਿ ਸੂਬੇ ਦੀ ਸਰਕਾਰ ਨੂੰ ਕਿਸਾਨੀ ਮਸਲਾ ਛੇਤੀ ਹੱਲ ਕਰਨਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਨੂੰ ਤੋਲ ਕੇ ਬੋਲਣਾ ਚਾਹੀਦਾ ਹੈ। ਯਾਨੀ ਕਿ ਇੱਥੇ ਵੀ ਦੋ ਸਰਕਾਰਾਂ ਬਰਾਬਰ ਚੱਲਦੀਆਂ। ਪਰ ਇਸੇ ਦਰਮਿਆਨ ਇੱਕ ਹੋਰ ਖਬਰ ਆਈ ਹੈ, ਜਿਹੜੀ ਕਿ ਸੁਪਰੀਮ ਕੋਰਟ ਦੇ ਵੱਲੋਂ ਮਾਰੀ ਗਈ ਘੁਰਕੀ ਨਾਲ ਸੰਬੰਧਿਤ ਹੈ। ਸੁਪਰੀਮ ਕੋਰਟ ਨੇ ਯੂਪੀ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਨੂੰ ਇਹ ਗੱਲ ਕਹੀ ਹੈ ਵੀ 2 ਹਫ਼ਤੇ ਦੇ ਵਿੱਚ ਕਿਸਾਨੀ ਮਸਲਾ ਹੱਲ ਕੀਤਾ ਜਾਵੇ, ਨਹੀਂ ਤਾਂ ਫਿਰ ਅਸੀਂ ਤੁਹਾਡੇ ਉੱਤੇ ਸਖਤ ਕਾਰਵਾਈ ਵੀ ਕਰ ਸਕਦੇ ਹਾਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਧਰਨਿਆਂ ਕਰਕੇ ਦਿੱਲੀ ਯੂਪੀ ਸਰਹੱਦ ਦੇ ਉੱਤੇ ਸੜਕਾਂ ਬੰਦ ਕਰਨ ਦੇ ਵਿਰੁੱਧ ਪਟੀਸ਼ਨਾਂ ਦੇ ਉੱਤੇ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਈ ਹੈ। ਸੁਪਰੀਮ ਕੋਰਟ ਨੇ ਮੁੜ ਕੇਂਦਰ ਤੇ ਰਾਜ ਸਰਕਾਰਾਂ ਉੱਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਸੜਕ ਉੱਤੇ ਆਵਾਜਾਈ ਨੂੰ ਇਸ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ ਤੇ ਸਰਕਾਰ ਨੂੰ ਇਸ ਦਾ ਹੱਲ ਲੱਭਣਾ ਪਵੇਗਾ। ਇਸ ਸੰਬੰਧ ਦੇ ਵਿੱਚ ਸੁਪਰੀਮ ਕੋਰਟ ਦੇ ਬਹੁਤ ਸਾਰੇ ਫੈਸਲੇ ਨੇ ਕਿ ਸੜਕੀ ਮਾਰਗਾਂ ਨੂੰ ਇਸ ਤਰ੍ਹਾਂ ਬੰਦ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਇਹ ਵੀ ਗੱਲ ਕਹੀ ਹੈ ਕਿ ਕਿਸਾਨਾਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ, ਪਰ ਸੜਕਾਂ ਦੇ ਉੱਤੇ ਆਵਾਜਾਈ ਰੋਕੀ ਨਹੀਂ ਜਾ ਸਕਦੀ। ਇਹਦੇ ਨਾਲ ਹੀ ਅਦਾਲਤ ਨੇ ਕੇਂਦਰ ਤੇ ਯੂਪੀ ਸਰਕਾਰ ਨੂੰ 2 ਹਫ਼ਤਿਆਂ ਵਿੱਚ ਹੱਲ ਕਰਨ ਨੂੰ ਕਿਹਾ। ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਆਪਸ ਦੇ ਵਿੱਚ ਸਹਿਯੋਗ ਕਰਨ ਤਾਂ ਜੋ ਆਮ ਲੋਕ ਪਰੇਸ਼ਾਨੀ ਦੇ ਵਿੱਚ ਨਾ ਰਹਿਣ। ਅਦਾਲਤ ਨੇ ਕੇਂਦਰ ਤੇ ਯੂਪੀ ਸਰਕਾਰ ਨੂੰ ਸਿੱਧੇ ਤੌਰ ਤੇ ਕਿਹਾ, ਤੁਹਾਨੂੰ ਬਹੁਤ ਸਮਾਂ ਮਿਲ ਚੁੱਕਿਆ, ਹੁਣ ਕੁਝ ਕਰੋ। ਹੁਣ ਸੁਪਰੀਮ ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ 20 ਸਤੰਬਰ ਨੂੰ ਕਰੇਗੀ। ਯੂਪੀ ਸਰਕਾਰ ਨੇ ਕਿਸਾਨਾਂ ਦੇ ਵਿਰੋਧ ਕਾਰਨ ਸੜਕਾਂ ਨੂੰ ਬੰਦ ਕਰਨ ਬਾਰੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕੀਤਾ ਹੈ। ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸਰਕਾਰ ਅਦਾਲਤ ਦੇ ਆਦੇਸ਼ਾਂ ਦੇ ਤਹਿਤ ਸੜਕਾਂ ਨੂੰ ਰੋਕਣ ਦੇ ਘੋਰ ਗੈਰ ਕਾਨੂੰਨੀ ਕੰਮ ਦੇ ਉੱਤੇ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਸੂਬੇ ਦੇ ਤੇ ਦੇਸ਼ ਦੇ ਕਿਸਾਨ ਹੀ ਮੰਨ ਕੇ ਰਾਜ਼ੀ ਨਹੀਂ, ਜਿਹਦੇ ਕਰਕੇ ਆਮ ਲੋਕ ਖਾਸੇ ਪਰੇਸ਼ਾਨੀ ਦੇ ਆਲਮ ਦੇ ਵਿੱਚ ਚੱਲ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਇਹ ਕਹਾਂਗੇ ਕਿ ਬੇਸ਼ੱਕ ਸੁਪਰੀਮ ਕੋਰਟ ਦੇ ਵੱਲੋਂ 20 ਸਤੰਬਰ ਤੱਕ ਸੂਬੇ ਦੀ ਸਰਕਾਰ ਨੂੰ ਯਾਨੀ ਕਿ ਯੂਪੀ ਵਾਲੀ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਇਸ ਮਾਮਲੇ ਤੇ ਢੁਕਵਾਂ ਹੱਲ ਕੱਢ ਕੇ ਤੇ ਅਦਾਲਤ ਦੇ ਵਿੱਚ ਰਿਪੋਰਟ ਪੇਸ਼ ਕਰਨ ਦੇ ਲਈ ਕਿਹਾ ਗਿਆ, ਪਰ ਮੈਨੂੰ ਇਸ ਗੱਲ ਦੀ ਪੂਰੀ ਆਸ ਹੈ ਵੀ ਅਦਾਲਤ ਦੇ ਵਿੱਚ ਰਿਪੋਰਟ ਆ ਜਿਹੜੀ ਉਹ ਕਿਸਾਨਾਂ ਨੂੰ ਗੁਨਾਹਗਾਰ ਸਾਬਤ ਕਰਕੇ ਹੀ ਪੇਸ਼ ਕੀਤੀ ਜਾਣੀ ਹੈ। ਉਹਦਾ ਕਾਰਨ ਇਹ ਹੈ ਵੀ ਜੇਕਰ ਯੂਪੀ ਦੀ ਸਰਕਾਰ ਹੁਣੇ ਗੱਲ ਕਹਿੰਦੀ ਕਿ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਕਿਸਾਨ ਮਨਾਉਣ ਦੀਆਂ, ਤੁਸੀਂ 9 ਮਹੀਨੇ ਦੇ ਵਿੱਚ ਕਿੰਨੀਆਂ ਕੁ ਕੋਸ਼ਿਸ਼ਾਂ ਕੀਤੀਆਂ? ਜੋ ਮੀਟਿੰਗ ਹੋਈ ਸੀ 26 ਜਨਵਰੀ ਤੋਂ ਪਹਿਲਾਂ, ਉਸ ਤੋਂ ਬਾਅਦ ਕਿੰਨੀਆਂ ਕੁ ਹੋਰ ਮੀਟਿੰਗਾਂ ਕਰ ਲਈਆਂ? ਤੁਸੀਂ ਇਸ ਮਸਲੇ ਦਾ ਢੁਕਵਾਂ ਹੱਲ ਹੁਣ ਤੱਕ ਕੱਢਿਆ ਕੀ ਹੈ? ਕਦੇ ਇਹਦੇ ਬਾਬਤ ਵੀ ਤਰਕ ਨਾਲ ਉੱਤਰ ਦੇਣਾ ਚਾਹੀਦਾ। ਉਹ ਕਹਿੰਦੇ ਮੀਟਿੰਗ ਕਰ ਲਓ, ਕਿਸਾਨ ਕਹਿੰਦੇ, ਇਹ ਕਹਿੰਦੇ ਮੀਟਿੰਗ ਅਸੀਂ ਬਿਨਾਂ ਸ਼ਰਤ ਤੋਂ ਕਰਨੀ ਆ। ਕਿਸਾਨ ਕਹਿੰਦੇ ਤੁਸੀਂ ਆਪਦੀ ਸ਼ਰਤ ਜ਼ਿੱਦ ਕਿਉਂ ਨਹੀਂ ਛੱਡਦੇ ਕਿ ਤੁਸੀਂ ਸਾਨੂੰ ਇਹਦੇ ਬਾਰੇ ਉੱਤਰ ਦੇ ਦਿਓ, ਤੇ ਮਸਲਾ ਉੱਥੇ ਦਾ ਉੱਥੇ ਹੈ। ਸੋ ਮੈਨੂੰ ਲੱਗਦਾ ਆਉਂਦੇ ਦਿਨਾਂ ਦੇ ਵਿੱਚ ਜੇਕਰ ਕੇਂਦਰ ਦੀ ਸਰਕਾਰ ਨੇ ਤੇ ਯੂਪੀ ਦੀ ਸਰਕਾਰ ਨੇ ਆਪਣੀ ਰਿਪੋਰਟ ਪੇਸ਼ ਕੀਤੀ ਅਦਾਲਤ ਦੇ ਵਿੱਚ, ਇਹੀ ਗੱਲ ਲਿਖੀ ਜਾਊਗੀ ਵਿੱਚ ਕਿ 11 ਵਾਰ ਅਸੀਂ ਮੀਟਿੰਗਾਂ ਕੀਤੀਆਂ, ਕਿਸਾਨ ਮੀਟਿੰਗਾਂ ਕਰਕੇ ਰਾਜ਼ੀ ਨਹੀਂ, ਅਸੀਂ ਕਿਸਾਨੀ ਮਸਲਾ ਹੱਲ ਕਰਕੇ ਰਾਜ਼ੀ ਹਾਂ, ਕਿਸਾਨ ਇੱਥੇ ਬੈਠੇ ਆ, ਅਸੀਂ ਇਹਨਾਂ ਨੂੰ ਬਹੁਤ ਵਾਰ ਬੇਨਤੀਆਂ ਕੀਤੀਆਂ ਇੱਥੋਂ ਚਲੇ ਜਾਓ, ਪਰ ਇਹ ਆਪਣਾ ਅੰਦੋਲਨ ਛੱਡ ਕੇ ਰਾਜ਼ੀ ਨਹੀਂ। ਜਿਹੜੇ ਅਤੀਤ ਦੇ ਵਿੱਚ ਬਿਆਨ ਲਗਾਤਾਰ ਆਉਂਦੇ ਰਹੇ ਆ ਕਿ ਕਿਸਾਨ ਇੱਥੋਂ ਵਾਪਸ ਚਲੇ ਜਾਣ, ਕਿਸਾਨ ਬਾਰਡਰਾਂ ਨੂੰ ਛੱਡ ਦੇਣ, ਸੜਕਾਂ ਨੂੰ ਵਿਹਲੀਆਂ ਕਰ ਦੇਣ, ਸਰਕਾਰ ਤੁਹਾਡੇ ਨਾਲ ਗੱਲਬਾਤ ਕਰਨ ਲਈ ਰਜ਼ਾਮੰਦ ਹੈ, ਇਹ ਉਹਨਾਂ ਗੱਲਾਂ ਦਾ ਬੇਸ ਸੀ। ਇਹ ਜਿਹੜੀ ਰਿਪੋਰਟ ਪੇਸ਼ ਕੀਤੀ ਜਾਣੀ ਆ ਉਹਦਾ ਇੱਕ ਬੇਸ ਮੰਨਿਆ ਜਾ ਸਕਦਾ ਹੈ ਵੀ ਭਾਈ ਅਸੀਂ ਤਾਂ ਇੰਨਾ ਕੁਝ ਕਹਿੰਦੇ ਰਹੇ ਹਾਂ, ਅਸੀਂ ਵਾਰ-ਵਾਰ ਬੇਨਤੀਆਂ ਕਰਦੇ ਰਹੇ ਹਾਂ, ਆਹ ਮੀਡੀਆ ਦੀਆਂ ਰਿਪੋਰਟਾਂ ਤੇ ਕਿਸਾਨ ਹੀ ਨਹੀਂ ਮੰਨਦੇ, ਸਾਡਾ ਕਸੂਰ ਕੀ ਹੈ? ਇਹ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਲਈ ਇੱਕ ਤਰੀਕਾ ਹੋ ਸਕਦਾ ਹੈ। ਦੂਜੀ ਗੱਲ ਇਹ ਹੈ ਵੀ ਬਾਰਡਰਾਂ ਦੇ ਉੱਤੇ ਕਿਸਾਨ ਜਿਹੜੇ ਨੇ, ਮਜ਼ਦੂਰ ਨੇ ਜਿਹੜੇ, ਉਹ ਚੜ੍ਹਦੀ ਕਲਾ ਦੇ ਵਿੱਚ ਹੈ, ਉਹ ਲਗਾਤਾਰ ਜਾ ਤੇ ਆ ਰਹੇ ਆ। ਇੱਕ ਹੋਰ ਗੱਲ ਹੈ, ਬਹੁਤ ਸਾਰੇ ਜਿਹੜੇ ਸਰੋਤੇ ਆ, ਦਰਸ਼ਕ ਆ ਜਿਹੜੇ, ਉਹ ਫੋਨ ਕਰਕੇ ਪੁੱਛਦੇ ਆ ਵੀ ਕੀ ਦਿੱਲੀ ਬਾਰਡਰਾਂ ਤੋਂ ਹੁਣ ਕਿਸਾਨ ਉੱਠ ਖਲੋਤੇ? ਜਿਹੜਾ ਪੰਜਾਬ ਦੇ ਵਿੱਚ ਹੁਣ ਧਰਨੇ ਲੱਗਣੇ ਸ਼ੁਰੂ ਹੋਏ ਆ, ਜੋ ਦਿੱਲੀ ਦੇ ਬਾਰਡਰਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਆ, ਉਹ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਆ। ਉਸ ਮੋਰਚੇ ਦੇ ਵਿੱਚ ਯੂਪੀ ਦੇ ਵੀ ਆ, ਹਰਿਆਣੇ ਦੇ ਵੀ ਆ ਕਿਸਾਨ, ਤੇ ਰਾਜਸਥਾਨ ਦੇ ਵੀ ਆ, ਪੰਜਾਬ ਦੇ ਵੀ ਆ, ਹੋਰ ਥਾਵਾਂ ਦੇ ਵੀ ਆ। ਪਰ ਜੋ ਪੰਜਾਬ ਦੇ ਵਿੱਚ ਗੰਨੇ ਦੇ ਮੁੱਲ ਦੇ ਉੱਤੇ ਧਰਨੇ ਸ਼ੁਰੂ ਹੋਏ ਆ, ਜਿਹੜਾ ਜਲੰਧਰ ਲੁਧਿਆਣਾ ਹਾਈਵੇ ਦੇ ਉੱਤੇ ਧੰਨੋਵਾਲੀ ਪਿੰਡ ਦੇ ਕੋਲੇ ਆ ਤੇ ਹੋਰ ਵੱਖ-ਵੱਖ ਥਾਵਾਂ ਤੇ ਹੋਣ ਜਾ ਰਹੇ ਆ, ਇਹ ਇਕੱਲੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆ। ਸੋ ਪੰਜਾਬ ਦੇ ਵਿੱਚ ਇਹ ਮਸਲਾ, ਇਹ ਕੋਈ ਪੂਰੇ ਦੇਸ਼ ਦਾ ਮਸਲਾ ਨਹੀਂ। ਇਹ ਗੱਲ ਵੱਖਰੀ ਹੈ ਵੀ ਯੂਪੀ ਦੇ ਵਿੱਚ ਵੀ ਗੰਨੇ ਦਾ ਭਾਅ ਸਹੀ ਨਹੀਂ ਮਿਲ ਰਿਹਾ, ਇਹਦੇ ਬਾਬਤ ਰਕੇਸ਼ ਟਕੈਤ ਨੇ ਕਈ ਵਾਰ ਗੱਲ ਕਹੀ ਹੈ, ਪਰ ਇਸ ਗੱਲ ਦੇ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ। ਦਿੱਲੀ ਦੇ ਬਾਰਡਰਾਂ ਦੇ ਉੱਤੇ ਇਕੱਠ ਪਹਿਲਾਂ ਵਾਂਗੂ ਹੀ ਆ,
ਮੀਂਹ ਪੈਣ ਦੇ ਕਰਕੇ ਗੋਡੇ ਗੋਡੇ ਪਾਣੀ ਉੱਥੇ ਵੀ ਖੜਾ, ਟੈਂਟਾਂ ਦੇ ਵਿੱਚ ਪਾਣੀ ਭਰ ਗਿਆ, ਖਾਣ ਪੀਣ ਦਾ ਸਮਾਨ ਭਿੱਜ ਗਿਆ, ਲੀੜਾ ਲੱਤਾ ਉੱਥੇ ਭਿੱਜ ਗਿਆ, ਬੁਰਾ ਹਾਲ ਆ। ਉੱਥੇ ਟੈਂਟ ਪਾਟ ਵੀ ਗਏ ਆ ਹਨੇਰੀ ਝੱਖੜ ਝੁੱਲੇ ਦੇ ਕਰਕੇ, ਮੀਂਹ ਦੇ ਕਰਕੇ, ਪਰ ਕਿਸਾਨ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਹੈ। ਉਹ ਦੂਜੇ ਪਾਸੇ ਜਾ ਕੇ ਥੋੜ੍ਹੀ ਜਿਹੀ ਉੱਚੀ ਥਾਂ ਤੇ ਖੜ੍ਹ ਜਾਂਦੇ ਆ, ਉਸ ਮੰਜੇ ਦੇ ਉੱਤੇ ਬੈਠ ਜਾਂਦੇ ਆ, ਭੁੰਜੇ ਉੱਠ ਕੇ ਤੇ ਕਿਸੇ ਹੋਰ ਥਾਂ ਦੇ ਟਰਾਲੀ ਦੇ ਵਿੱਚ ਬੈਠ ਜਾਂਦੇ ਆ। ਹੁਣ ਜਦੋਂ ਜਲੰਧਰ ਦੇ ਵਿੱਚ ਪਰਸੋਂ ਬਹੁਤ ਮੀਂਹ ਪਿਆ ਤੇ ਉਸ ਤੋਂ ਬਾਅਦ ਕਿਸਾਨਾਂ ਨੇ ਜਦੋਂ ਥੱਲੇ ਪਾਣੀ ਬਹੁਤ ਭਰ ਗਿਆ, ਗੋਡੇ ਗੋਡੇ ਪਾਣੀ ਹੋ ਗਿਆ ਧੰਨੋਂ ਵਾਲੀ ਕੋਲੇ, ਤੇ ਫਿਰ ਕਿਸਾਨਾਂ ਨੇ ਟਰਾਲੀਆਂ ਦੇ ਵਿੱਚ ਖੜ੍ਹ ਕੇ ਸੰਬੋਧਨ ਕੀਤਾ। ਮਤਲਬ ਇਹ ਆ ਵੀ ਢੁਕਵਾਂ ਪ੍ਰਬੰਧ ਵੇਲੇ ਦੇ ਮੁਤਾਬਕ ਕਿਸਾਨ ਕਰ ਰਹੇ ਆ। ਸੂਬੇ ਦੀ ਸਰਕਾਰ ਨੇ ਅੱਜ ਨਹੀਂ ਤਾਂ ਕੱਲ੍ਹ ਨੂੰ ਨਹੀਂ ਤਾਂ ਪਰਸੋਂ ਝੋਕੀ ਜਾਣਾ, ਕਿਉਂਕਿ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੀਟਿੰਗ ਆ। ਗੰਨੇ ਦੇ ਮਾਮਲੇ ਦੇ ਉੱਤੇ ਮਸਲਾ ਹੱਲ ਅੱਜ ਕੱਲ੍ਹ ਦੇ ਵਿੱਚ ਹੋਣ ਦੀ ਆਸ ਹੈ, ਨਹੀਂ ਤਾਂ ਸੂਬੇ ਦੀ ਸਰਕਾਰ ਡਰਦੀ ਹੈ ਵੀ ਕਿਤੇ ਪੂਰਾ ਪੰਜਾਬ ਨਾ ਬੰਦ ਕਰ ਦੇਣ। ਤੇ ਜਦੋਂ ਇੱਥੇ ਮਸਲਾ ਹੱਲ ਹੋ ਗਿਆ ਤਾਂ ਕਿਸਾਨਾਂ ਦੇ ਵਿੱਚ ਇੱਕ ਨਵਾਂ ਜੋਸ਼ ਭਰੂਗਾ ਦਿੱਲੀ ਦੇ ਵੱਲ ਹਮਲਾ ਹੋਰ ਮਾਰਨ ਦਾ, ਵੀ ਅਸੀਂ ਇੱਥੇ ਜਿੱਤ ਹਾਸਲ ਕਰ ਲਈ, ਦਿੱਲੀ ਦੇ ਵੱਲ ਵਧ ਗਏ। ਪਰ ਗੱਲ ਇਹ ਆ ਵੀ ਜੋ ਸੁਪਰੀਮ ਕੋਰਟ ਦੇ ਵਿੱਚ ਰਿਪੋਰਟ ਦਾਖਲ ਕਰਨੀ ਆ ਉਹ ਕਿਸਾਨ ਪੱਖੀ ਸ਼ਾਇਦ ਨਾ ਹੋਵੇ, ਇਸ ਗੱਲ ਦੀ ਪੂਰੀ ਆਸ ਹੈ। ਅਫਗਾਨਿਸਤਾਨ ਦੇ ਵਿੱਚੋਂ ਵੱਖ-ਵੱਖ ਜਹਾਜ਼ਾਂ ਦੇ ਰਾਹੀਂ ਉਧਰ ਫਸੇ ਹੋਏ ਭਾਰਤੀ ਲਗਾਤਾਰ ਵਾਪਸ ਆ ਰਹੇ ਆ, ਆਉਣੇ ਵੀ ਚਾਹੀਦੇ ਆ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹੋਰ ਉੱਥੇ ਭਾਰਤੀ ਫਸੇ ਹੋਏ ਆ ਜਿਹੜੇ ਕਿ ਇਸ ਵਕਤ ਜ਼ਿੰਦਗੀ ਦੇ ਦਿਨ ਗਿਣ ਰਹੇ ਆ। ਇਹ ਸ਼ਬਦ ਮੈਂ ਤਾਂ ਕਰਕੇ ਵਰਤਦਾ ਕਿਉਂਕਿ ਪਤਾ ਕੋਈ ਨਹੀਂ ਤਾਲਿਬਾਨ ਦੀ ਗੋਲੀ ਕਿਹੜੇ ਪਾਸੇ ਕਿਹਦੀ ਹਿੱਕ ਨੂੰ ਵਿੰਨ ਜੇ। ਸੋ ਇਸ ਕਰਕੇ ਮੌਤ ਦੇ ਭੱਬੂ ਤਾਰੇ ਉੱਥੇ ਅੱਖਾਂ ਦੇ ਮੂਹਰੇ ਨੱਚਦੇ ਆ। ਦੁੱਖ ਦੀ ਗੱਲ ਹੈ, ਬੰਦੇ ਦਾ ਗੱਚ ਭਰ ਆਉਂਦਾ, ਕਿਉਂਕਿ ਕੱਲ੍ਹ ਮੈਂ ਮੁਸਕਾਨ ਨਾਂ ਦੀ ਇੱਕ ਔਰਤ ਦਾ ਬਿਆਨ ਪੜ੍ਹਿਆ, ਮੈਨੂੰ ਬੇਹੱਦ ਦੁੱਖ ਹੋਇਆ। ਇਹ ਉਹ ਔਰਤ ਆ ਜਿਹੜੀ ਕਿ ਹੁਣ ਅਫਗਾਨਿਸਤਾਨ ਦੇ ਵਿੱਚੋਂ ਭਾਰਤ ਵਾਪਸ ਆਈ ਆ। ਉਹਨੇ ਇਹ ਗੱਲ ਕਹੀ ਹੈ ਵੀ ਸਾਡਾ ਕੁਝ ਵੀ ਉੱਥੇ ਛੱਡਣ ਨੂੰ ਚਿੱਤ ਨਹੀਂ ਸੀ ਕਰਦਾ। ਜਦੋਂ ਕਈ ਵਰੇ ਲਾ ਕੇ, ਕਈ ਦਹਾਕੇ ਲਾ ਕੇ ਆਪਦਾ ਟੱਬਰ ਉੱਥੇ ਸੈੱਟ ਕੀਤਾ ਹੋਵੇ, ਜਦੋਂ ਘਰ-ਬਾਰ ਬਣਾਇਆ ਹੋਵੇ, ਅਚਾਨਕ ਤਾੜ-ਤਾੜ ਕਰਦੀਆਂ ਗੋਲੀਆਂ ਚੱਲਣ, ਅਚਾਨਕ ਬੰਬਾਰੀ ਸ਼ੁਰੂ ਹੋ ਜੇ, ਅੱਗ ਲੱਗਣੀ ਸ਼ੁਰੂ ਹੋ ਜੇ, ਔਰਤਾਂ ਦੀ ਇੱਜ਼ਤ ਲੁੱਟੀ ਜਾਣੀ ਸ਼ੁਰੂ ਹੋ ਜੇ, ਤਾਂ ਫਿਰ ਅਸੀਂ ਉੱਥੇ ਬਹਿੰਦੀਆਂ ਕਿਵੇਂ? ਫਿਰ ਇਸ ਕਰਕੇ ਅਸੀਂ ਵਾਪਸ ਭਾਰਤ ਨੂੰ ਪਰਤ ਆਏ ਹਾਂ। ਮੈਂ ਵੀ ਪਰਤ ਆਈ ਹਾਂ। ਪਰ ਉਸ ਔਰਤ ਨੇ ਗੱਲ ਕਹੀ ਹੈ, ਮੁਸਕਾਨ ਨੇ, ਕਿ ਤਾਲਿਬਾਨੀ ਇੰਨੇ ਕੁ ਹਿੰਸਕ ਤੇ ਇੰਨੇ ਕੁ ਹਬਸ਼ੀ ਹੋ ਚੁੱਕੇ ਆ ਵੀ ਔਰਤਾਂ ਨੂੰ ਮਾਰ ਕੇ ਮਰੀਆਂ ਔਰਤਾਂ ਦੇ ਨਾਲ ਵੀ ਜਿਸਮਾਨੀ ਸੰਬੰਧ ਬਣਾਉਂਦੇ ਆ। ਤੇ ਉਹਨੇ ਇਹ ਗੱਲ ਕਹੀ ਹੈ ਵੀ ਉੱਥੋਂ ਦੇ ਦ੍ਰਿਸ਼ ਦੇਖ ਕੇ ਕੰਬ ਜਾਈਦਾ। ਔਰਤਾਂ ਨੂੰ ਘਰਾਂ ਦੇ ਵਿੱਚੋਂ ਚੱਕ ਕੇ ਲੈ ਜਾਂਦੇ ਆ, ਔਰਤਾਂ ਦੇ ਉੱਤੇ ਅਤਿਆਚਾਰ ਬਹੁਤ ਕੀਤਾ ਜਾ ਰਿਹਾ। ਔਰਤ ਜਿਹਦੇ ਮਰਜ਼ੀ ਗੋਲੀ ਮਾਰ ਦਿੰਦੇ, ਜਿਹਨੂੰ ਮਰਜ਼ੀ ਫਾਹੇ ਲਾ ਦਿੰਦੇ ਆ। ਔਰਤ ਦੇ ਨਾਲ ਇੱਕ ਜਣਾ ਨਹੀਂ ਕਈ ਜਾਣੇ, ਕਈ ਦਰਜਨ ਜਾਣੇ ਸੰਬੰਧ ਬਣਾਉਂਦੇ ਆ। ਸੋ ਉੱਥੇ ਇਹੋ ਜਿਹਾ ਪਸ਼ੂਪੁਣਾ ਚੱਲ ਪਿਆ ਜਿਹਦੇ ਕਰਕੇ ਆਉਂਦੇ ਸਮੇਂ ਦੇ ਵਿੱਚ ਉੱਥੇ ਕੋਈ ਰਹਿ ਹੀ ਨਹੀਂ ਸਕੂਗਾ। ਇਸ ਔਰਤ ਦੀਆਂ ਗੱਲਾਂ ਲੂ ਕੰਡਾ ਖੜਾ ਕਰ ਦਿੰਦੀਆਂ। ਪਰ ਮੈਂ ਇਹ ਵੀ ਸੋਚਦਾ ਵੀ ਇੱਕ ਪਾਸੇ ਤਾਂ ਅਫਗਾਨਿਸਤਾਨੀ ਤਾਲਿਬਾਨ ਆ, ਪਰ ਦੂਜੇ ਪਾਸੇ ਕੀ ਭਾਰਤ ਦੇ ਵਿੱਚ ਤਾਲਿਬਾਨ ਨਹੀਂ? ਹਰਿਆਣੇ ਦੇ ਵਿੱਚ ਫਰੀਦਾਬਾਦ ਦੇ ਵਿੱਚ ਇੱਕ 7ਵੀਂ ਕਲਾਸ ਦੇ ਵਿੱਚ ਪੜ੍ਹਦੀ ਹੋਈ ਕੁੜੀ ਆਪਦੇ ਬਿਮਾਰ ਹੋਏ ਬਾਪ ਨੂੰ ਡਾਇਲਾਸਿਸ ਦੇ ਕਰਵਾਉਣ ਦੇ ਲਈ ਤੇ ਇੱਕ ਹਸਪਤਾਲ ਦੇ ਵਿੱਚ ਲੈ ਕੇ ਜਾਂਦੀ ਹੈ। ਉੱਥੇ ਜਿਹੜਾ ਹਾਊਸਕੀਪਿੰਗ ਦਾ ਕੰਮ ਕਰਨ ਵਾਲਾ ਉਸ ਬੰਦੇ ਨੇ ਉਸ 7ਵੀਂ ਕਲਾਸ ਦੇ ਵਿੱਚ ਪੜ੍ਹਦੀ ਕੁੜੀ ਨਾਲ ਜਬਰ ਜਨਾਹ ਕੀਤਾ। ਜਦੋਂ ਡਾਇਲਾਸਿਸ ਕਰਨ ਦੇ ਲਈ ਡਾਕਟਰ ਉਹਨੂੰ ਅੰਦਰ ਲੈ ਗਏ ਉਹਦੇ ਬਾਪ ਨੂੰ, ਇਹ ਕੁੜੀ ਤੀਜੀ ਮੰਜ਼ਲ ਦੇ ਉੱਤੇ ਵਾਸ਼ਰੂਮ ਚਲੀ ਗਈ, ਪਿਸ਼ਾਬ ਕਰਨ ਚਲੀ ਗਈ। ਉਸ ਤੋਂ ਬਾਅਦ ਰਾਹ ਦੇ ਵਿੱਚ ਖੜਾ ਸੀ, ਇਸ ਕੁੜੀ ਨੂੰ ਉਡੀਕ ਰਿਹਾ ਸੀ, 7 ਸਾਲ ਦੀ ਕੁੜੀ ਨੂੰ, ਜਿਹੜਾ ਉੱਥੇ ਹਾਊਸਕੀਪਿੰਗ ਦਾ ਕੰਮ ਕਰਦਾ ਹੈ। ਉਹਨੇ ਇਸ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਤੇ ਬਾਅਦ ਦੇ ਵਿੱਚ ਇਹਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਵੀ ਜੇਕਰ ਤੂੰ ਕਿਸੇ ਕੋਲੇ ਗੱਲ ਕੀਤੀ ਮੈਂ ਤੇਰਾ ਗਲ ਘੁੱਟ ਦੇਣਾ, ਮੈਂ ਤੈਨੂੰ ਜਾਨੋਂ ਮਾਰ ਦੇਣਾ। ਕੀ ਭਾਰਤ ਦੇ ਵਿੱਚ ਇਹ ਕੁਝ ਨਹੀਂ ਚੱਲਦਾ? ਕੀ ਇਕੱਲਾ ਅਫਗਾਨਿਸਤਾਨ 'ਚ ਚੱਲਦਾ? ਜੋ ਉੱਥੇ ਹੁੰਦਾ ਉਹਦੀ ਵੀ ਨਿਖੇਧੀ ਕਰਨੀ ਬਣਦੀ ਹੈ, ਜੋ ਸਾਡੇ ਆਂਢ ਗੁਆਂਢ ਦੇ ਵਿੱਚ ਕੁਝ ਹੋ ਰਿਹਾ ਉਹਦੀ ਵੀ ਕਰਨੀ ਬਣਦੀ ਹੈ। ਹੁਣ ਬੇਸ਼ੱਕ ਹਰਿਆਣੇ ਦੀ ਪੁਲਿਸ ਨੇ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ, ਜਬਰ ਜਨਾਹ ਕਰਨ ਵਾਲੇ ਨੂੰ, ਪਰ ਉਸ ਕੁੜੀ ਦਾ ਕਸੂਰ ਕੀ ਸੀ? ਬਾਪ ਜੀ ਦਾ ਮੌਤ ਦੀ ਬੁੱਕਲ ਦੇ ਵਿੱਚ ਜਾ ਰਿਹਾ ਹੋਵੇ, ਜਿਹਨੂੰ ਇਸ ਗੱਲ ਦਾ ਫਿਕਰ ਹੋਵੇ ਕਿ ਮੇਰੇ ਬਾਪ ਦੇ ਕਿਤੇ ਸਾਹਾਂ ਦੀ ਡੋਰ ਨਾ ਟੁੱਟ ਜੇ। ਮੈਂ ਛੇਤੀ ਆਪਦੇ ਬਾਪ ਨੂੰ ਪਤਾ ਨਹੀਂ ਕਿੱਥੋਂ ਪੈਸੇ ਇਕੱਠੇ ਕਰਕੇ ਲਿਆਈ ਹੋਣੀ ਵਿਚਾਰੀ ਵੀ ਭਾਈ ਇਹਨੂੰ ਦਾਖਲ ਕਰਾਵਾਂ, ਇਹਦਾ ਡਾਇਲਾਸਿਸ ਕਰਾਵਾਂ, ਲੰਮੇ ਸਮੇਂ ਤੋਂ ਪਹਿਲਾਂ ਵੀ ਹੁੰਦਾ ਹੋਊਗਾ। ਪਰ ਉੱਥੇ ਹਸਪਤਾਲ 'ਚ ਇੱਜ਼ਤ ਲੁੱਟੀ ਗਈ ਆ। ਕਿਹੜੇ ਭਾਰਤ ਦੇ ਅਸੀਂ ਵਾਸੀ ਹਾਂ? ਕਿਹੜਾ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦੇਣ ਵਾਲੇ ਆ? ਕਿਹੜੀ ਅਸੀਂ ਕਹਿੰਦੇ ਵੀ ਅਸੀਂ ਕੰਜਕਾਂ ਨੂੰ ਪੂਜਣ ਵਾਲੇ ਲੋਕ? ਅਸੀਂ ਕਰਦੇ ਕੀ? ਅਸੀਂ ਤਾਂ ਪਸ਼ੂ ਆ, ਅਸੀਂ ਡੰਗਰ ਆ। ਇਹ ਗੱਲ ਮੰਨ ਕੇ ਰਾਜ਼ੀ ਨਹੀਂ ਕਿ ਅਸੀਂ ਡੰਗਰਾਂ ਦੇ ਸਮਾਜ ਦੇ ਵਿੱਚ ਰਹਿੰਦੇ ਹਾਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਅਫਗਾਨਿਸਤਾਨ ਤੋਂ ਭਾਰਤ ਪੁੱਜੀ ਇੱਕ ਔਰਤ ਨੇ ਖੁਲਾਸਾ ਕੀਤਾ ਕਿ ਤਾਲਿਬਾਨਾਂ ਨੇ ਲਾਸ਼ਾਂ ਦੇ ਨਾਲ ਵੀ ਸਰੀਰਕ ਸ਼ੋਸ਼ਣ ਕੀਤਾ। ਮੁਸਕਾਨ ਨਾਂ ਦੀ ਇਹ ਔਰਤ ਅਫਗਾਨਿਸਤਾਨ ਦੇ ਵਿੱਚ ਪੁਲਿਸ ਫੋਰਸ 'ਚ ਕੰਮ ਕਰਦੀ ਸੀ ਤੇ ਤਾਲਿਬਾਨ ਦੇ ਡਰ ਕਰਕੇ ਇਹ ਔਰਤ ਭਾਰਤ ਆਈ ਹੈ ਤੇ ਹੁਣ ਦਿੱਲੀ ਦੇ ਵਿੱਚ ਰਹਿ ਰਹੀ ਹੈ। ਲਾਸ਼ਾਂ ਨਾਲ ਸੈਕਸ ਕਰਨ ਦੀ ਪ੍ਰਥਾ ਨੂੰ ਨੈਕਰੋਫੀਲੀਆ ਕਿਹਾ ਜਾਂਦਾ। ਉਸ ਨੇ ਖੁਲਾਸਾ ਕੀਤਾ ਕਿ ਤਾਲਿਬਾਨ ਨੇ ਜਾਂ ਤਾਂ ਔਰਤਾਂ ਨੂੰ ਚੁੱਕਿਆ ਜਾਂ ਫਿਰ ਗੋਲੀ ਮਾਰ ਦਿੱਤੀ। ਮੁਸਕਾਨ ਨੇ ਖੁਲਾਸਾ ਕੀਤਾ ਕਿ ਤਾਲਿਬਾਨ ਨੇ 2 ਦਿਨ ਪਹਿਲਾਂ ਹੀ ਇੱਕ ਔਰਤ ਨੂੰ ਚੁੱਕਿਆ। ਉਸ ਅਨੁਸਾਰ ਹਰ ਪਰਿਵਾਰ ਦੀਆਂ ਔਰਤਾਂ ਨੂੰ ਤਾਲਿਬਾਨ ਚੁੱਕਣਾ ਚਾਹੁੰਦਾ। ਉਸ ਨੂੰ ਜਹਾਦੀ ਸਮੂਹ ਨੇ ਧਮਕੀ ਦਿੱਤੀ ਸੀ, ਜਿਸ ਦੇ ਨਤੀਜੇ ਵਜੋਂ ਉਸ ਨੂੰ ਆਪਣੀ ਨੌਕਰੀ ਛੱਡਣੀ ਪਈ ਤੇ ਦੇਸ਼ ਛੱਡ ਕੇ ਭੱਜਣਾ ਪਿਆ।
ਜਦੋਂ ਅਸੀਂ ਉੱਥੇ ਸੀ ਤਾਂ ਸਾਨੂੰ ਬਹੁਤ ਸਾਰੀਆਂ ਚੇਤਾਵਨੀਆਂ ਮਿਲੀਆਂ, ਜੇ ਤੁਸੀਂ ਕੰਮ ਤੇ ਜਾਂਦੇ ਹੋ ਤਾਂ ਤੁਹਾਨੂੰ ਖਤਰਾ ਹੈ, ਤੁਹਾਡੇ ਪਰਿਵਾਰ ਨੂੰ ਖਤਰਾ ਹੈ। ਇੱਕ ਚੇਤਾਵਨੀ ਦੇ ਬਾਅਦ ਉਹ ਕੋਈ ਵੀ ਚੇਤਾਵਨੀ ਦੇਣੀ ਬੰਦ ਕਰ ਦੇਣਗੇ। ਉਸ ਨੇ ਅੱਗੇ ਕਿਹਾ ਕਿ ਉਹ ਲਾਸ਼ਾਂ ਨਾਲ ਵੀ ਜਬਰ ਜਨਾਹ ਕਰਦੇ ਨੇ, ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਵਿਅਕਤੀ ਮਰ ਗਿਆ ਹੈ ਜਾਂ ਜ਼ਿੰਦਾ। ਕੀ ਤੁਸੀਂ ਇਸ ਦੀ ਕਲਪਨਾ ਕਰ ਸਕਦੇ ਹੋ? ਮੁਸਕਾਨ ਨੇ ਕਿਹਾ ਕਿ ਜੇ ਕੋਈ ਔਰਤ ਸਰਕਾਰ ਲਈ ਕੰਮ ਕਰੇਗੀ ਤਾਂ ਉਸ ਨੂੰ ਭਿਆਨਕਤਾ ਦਾ ਸਾਹਮਣਾ ਕਰਨਾ ਪਵੇਗਾ। 2018 ਦੇ ਵਿੱਚ ਭਾਰਤ ਆਈ ਇੱਕ ਹੋਰ ਔਰਤ ਨੇ ਕਿਹਾ ਤਾਲਿਬਾਨ ਨੇ ਉਸ ਦੇ ਪਿਤਾ ਨੂੰ ਗੋਲੀ ਮਾਰ ਦਿੱਤੀ ਸੀ ਕਿਉਂਕਿ ਉਹ ਪੁਲਿਸ ਲਈ ਕੰਮ ਕਰਦਾ ਸੀ। ਉਸ ਦੇ ਚਾਚੇ ਨੂੰ ਵੀ ਗੋਲੀ ਮਾਰ ਦਿੱਤੀ ਗਈ ਕਿਉਂਕਿ ਉਹ ਅਫਗਾਨ ਫੌਜ ਲਈ ਡਾਕਟਰ ਵਜੋਂ ਕੰਮ ਕਰਦਾ ਸੀ। ਉਸ ਤੋਂ ਪਹਿਲਾਂ ਇਹ ਰਿਪੋਰਟ ਕੀਤੀ ਗਈ ਸੀ ਕਿ ਅਫਗਾਨਿਸਤਾਨ ਦੇ ਇਕੱਲੇ ਆਲ ਗਰਲਜ਼ ਬੋਰਡਿੰਗ ਸਕੂਲ ਦੇ ਸਹਿ ਸੰਸਥਾਪਕ ਨੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਵਿੱਚ ਔਰਤਾਂ ਤੇ ਅਤਿਆਚਾਰ ਦੇ ਨਵੇਂ ਡਰ ਦੇ ਵਿਚਕਾਰ ਉਹਨਾਂ ਵਿਦਿਆਰਥੀਆਂ ਤੇ ਉਹਨਾਂ ਪਰਿਵਾਰਾਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਆਪਣੇ ਸਾਰੇ ਦਸਤਾਵੇਜ਼ਾਂ ਨੂੰ ਅੱਗ ਲਗਾ ਦਿੱਤੀ। ਸਕੂਲ ਆਫ ਲੀਡਰਸ਼ਿਪ ਅਫਗਾਨਿਸਤਾਨ ਦੀ ਪ੍ਰਿੰਸੀਪਲ ਸ਼ਬਾਨਾ ਬਸੀਜ਼ ਰਾਸਿਕ ਨੇ ਕਿਹਾ ਕਿ ਉਹਨਾਂ ਦਾ ਉਦੇਸ਼ ਉਹਨਾਂ ਨੂੰ ਮਿਟਾਉਣਾ ਨਹੀਂ ਬਲਕਿ ਵਿਦਿਆਰਥੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਤਾਲਿਬਾਨ ਤੋਂ ਬਚਾਉਣਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪਸ਼ੂਪੁਣਾ ਕਿਤੇ ਵੀ ਬੰਦੇ ਦੇ ਵਿੱਚ ਹੋ ਸਕਦਾ ਤੇ ਤਾਲਿਬਾਨ ਦੇ ਵੱਲੋਂ ਜੋ ਉੱਥੇ ਇਸ ਵਕਤ ਕੀਤਾ ਜਾ ਰਿਹਾ ਉਹਦੇ ਬਾਬਤ ਜਿੰਨੀਆਂ ਕੁ ਰਿਪੋਰਟਾਂ ਆਉਂਦੀਆਂ, ਹਾਲਾਂਕਿ ਬਹੁਤ ਕੁਝ ਉੱਥੇ ਲੁਕਿਆ ਛੁਪਿਆ ਰਹਿ ਜਾਂਦਾ ਹੋਊਗਾ ਕਿਉਂਕਿ ਤਾਲਿਬਾਨ ਦੇ ਵੱਲੋਂ ਉੱਥੋਂ ਦੇ ਮੀਡੀਆ ਨੂੰ ਵੀ ਕਬਜ਼ੇ ਦੇ ਵਿੱਚ ਕਰ ਲਿਆ ਗਿਆ। ਉੱਥੇ ਸਿਰਫ ਉਹਨਾਂ ਦੇ ਪੱਖ ਦੀਆਂ ਖਬਰਾਂ ਪੇਸ਼ ਕੀਤੀਆਂ ਜਾਣਗੀਆਂ, ਉਹਨਾਂ ਦੇ ਅਤਿਆਚਾਰ ਦੀਆਂ ਨਹੀਂ। ਪਰ ਜੇਕਰ ਕੋਈ ਵੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਉਹ ਮੇਰਾ ਖਿਆਲ ਹੈ ਵੀ ਬਹੁਤ ਛੋਟੇ ਰੂਪ ਦੇ ਵਿੱਚ ਹੈ, ਜੋ ਉੱਥੇ ਕੁੱਲ ਹੁੰਦਾ ਉਹਦਾ ਕੁਝ ਕੁ ਹਿੱਸਾ ਇੱਥੇ ਹੈ। ਸੋ ਦੁੱਖ ਹੁੰਦਾ ਇਹਨਾਂ ਗੱਲਾਂ ਦੇ ਉੱਤੇ ਕਿ ਨਾਲ ਦੇ ਦੇਸ਼ਾਂ ਦੇ ਵਿੱਚ ਜਾਂ ਦੂਰ ਦੁਰਾਡੇ ਦੇਸ਼ਾਂ ਦੇ ਵਿੱਚ ਵੀ ਭਾਵੇਂ ਗੱਲ ਕਰੀਏ ਵੀ ਹੋ ਵਾਪਰ ਕੀ ਰਿਹਾ। ਭਾਰਤ ਦੇ ਪ੍ਰਧਾਨ ਮੰਤਰੀ ਨੇ ਕੱਲ੍ਹ ਇੱਕ ਮੀਟਿੰਗ ਕੀਤੀ ਹੈ ਮਹੱਤਵਪੂਰਨ ਕਿ ਤਾਲਿਬਾਨ ਦੇ ਅਫਗਾਨਿਸਤਾਨ ਦੇ ਉੱਤੇ ਕਬਜ਼ੇ ਤੋਂ ਬਾਅਦ ਭਾਰਤ ਦੇ ਅਰਥਚਾਰੇ ਦੇ ਉੱਤੇ, ਭਾਰਤ ਦੇ ਵਪਾਰ ਦੇ ਉੱਤੇ ਜਾਂ ਭਾਰਤ ਦੇ ਹੋਰ ਵੱਖ-ਵੱਖ ਕੰਮਾਂ ਦੇ ਉੱਤੇ ਕੀ ਸੰਬੰਧ, ਕੀ ਪ੍ਰਭਾਵ ਪੈ ਸਕਦੇ ਆ। ਆਉਂਦੇ ਸਮੇਂ ਦੇ ਵਿੱਚ ਭਾਰਤ ਦੀ ਸਰਕਾਰ ਕੀ ਸਟੈਂਡ ਲਊਗੀ ਕਿ ਅਸੀਂ ਤਾਲਿਬਾਨ ਦੀ ਸਰਕਾਰ ਦੇ ਪੱਖ ਦੇ ਵਿੱਚ ਆ ਜਾਂ ਖਿਲਾਫ ਹਾਂ ਜਾਂ ਉਹਦੇ ਨਾਲ ਵਪਾਰ ਜਾਰੀ ਰੱਖਣਾ ਜਾਂ ਨਹੀਂ ਰੱਖਣਾ, ਇਹ ਤਾਂ ਵਕਤ ਬਿਆਨ ਕਰੂਗਾ। ਪਰ ਜੋ ਔਰਤਾਂ ਦੇ ਵੱਲੋਂ ਜਾਂ ਉੱਥੋਂ ਆਉਣ ਵਾਲੇ ਹੋਰ ਸੱਜਣ ਦੱਸਦੇ ਆ ਤਾਂ ਗੱਚ ਭਰ ਆਉਂਦਾ ਵੀ ਆਹ ਕੁਝ ਵੀ ਹੁੰਦਾ। ਹੁਣ ਅਫਗਾਨਿਸਤਾਨ ਤੋਂ ਇੱਕ ਸਿੱਖ ਸੰਸਦ ਆਇਆ, ਉਹਦੀਆਂ ਅੱਖਾਂ ਜਿਵੇਂ ਗਿੱਲੀਆਂ ਹੋਈਆਂ, ਉਹਨੇ ਮੀਡੀਆ ਦੇ ਮੂਹਰੇ ਇਹ ਗੱਲ ਕਹੀ ਕਿ ਸਭ ਕੁਝ ਬਰਬਾਦ ਹੋ ਗਿਆ, ਸਭ ਕੁਝ ਲੁੱਟਿਆ ਗਿਆ, ਹੁਣ ਕੁਝ ਨਹੀਂ ਬਚਿਆ। 20 ਸਾਲ ਦੇ ਵਿੱਚ ਜੋ ਕੁਝ ਕਮਾਇਆ ਸੀ, ਜੋ ਹੰਡਾਇਆ ਸੀ, ਜੋ ਪਾਇਆ ਸੀ, ਉਹ ਸਾਰਾ ਕੁਝ ਤਬਾਹ ਹੋ ਗਿਆ, ਬਰਬਾਦ ਹੋ ਗਿਆ। ਹੁਣ ਅਸੀਂ ਕੀ ਕਰੀਏ, ਜਾਈਏ ਕਿੱਥੇ? ਭਾਰਤ ਸਾਨੂੰ ਚੱਲ ਰਿਹਾ, ਇਹਦੇ ਲਈ ਅਸੀਂ ਧੰਨਵਾਦੀ ਹਾਂ। ਸੋ ਜ਼ਰਾ ਸੋਚ ਕੇ ਦੇਖੋ ਕਿ ਜੇਕਰ ਸਾਨੂੰ ਆਪਣਾ ਪਿੰਡ ਛੱਡਣਾ ਪੈ ਜੇ ਤਾਂ ਸਾਡੇ ਮਨ ਦੇ ਉੱਤੇ ਕੀ ਬੀਤਦੀ ਹੈ। ਜੇ ਅਸੀਂ ਪਿੰਡ ਦੇ ਵਿੱਚੋਂ ਆਪਦਾ ਘਰ ਵੇਚ ਕੇ ਕਿਸੇ ਹੋਰ ਪਿੰਡ ਦੇ ਵਿੱਚ ਵੀ ਜਾਣਾ ਹੋਵੇ ਜਾਂ ਗੁਆਂਢੀ ਸੂਬੇ ਦੇ ਵਿੱਚ ਵੀ ਜਾਣਾ ਹੋਵੇ ਤੇ ਬੰਦੇ ਦੇ ਅੰਦਰ ਹੌਲ ਪੈਂਦੇ ਆ ਵੀ ਯਾਰ ਮੈਂ ਜਿੱਥੇ ਜੰਮਿਆ ਜਾਇਆ, ਜਿੱਥੇ ਇੰਨੀ ਮਿਹਨਤ ਕੀਤੀ ਹੈ, ਮੈਂ ਇਹਨੂੰ ਛੱਡਣ ਦੇ ਲਈ ਮਜਬੂਰ ਕਾਹਤੋਂ ਹੋ ਗਿਆ? ਇਹ ਤਾਂ ਛਡਵਾਇਆ ਜਾ ਰਿਹਾ। ਅਫਗਾਨਿਸਤਾਨ ਦੇ ਵਿੱਚ ਜੰਮੇ ਜਾਏ, ਉੱਥੇ ਕਾਰੋਬਾਰ ਸੈੱਟ ਕਰਨ ਵਾਲੇ ਕਿਵੇਂ ਛੱਡ ਕੇ ਸਭ ਕੁਝ ਆ ਰਹੇ ਆ। ਉੱਥੋਂ ਦੀ ਪੀੜ ਆ ਜਿਹੜੀ ਉਹ ਦਰਸਾਉਂਦੀ ਹੈ ਵੀ ਹਾਲਾਤ ਚੰਗੇ ਨਹੀਂ ਤੇ ਆਉਂਦੇ ਸਮੇਂ ਦੇ ਵਿੱਚ ਕੀ ਮੋੜ ਨਵਾਂ ਆਉਂਦਾ ਇਹ ਵਕਤ ਬਿਆਨ ਕਰੂਗਾ। ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਦਾ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ। ਮਾਲਵਿੰਦਰ ਸਿੰਘ ਮਾਲੀ ਤੇ ਡਾਕਟਰ ਪਿਆਰੇ ਲਾਲ ਗਰਗ ਦੋਵਾਂ ਦੇ ਨਾਲ ਕੱਲ੍ਹ ਨਵਜੋਤ ਸਿੱਧੂ ਨੇ ਆਪਣੇ ਘਰ ਦੇ ਵਿੱਚ ਮੀਟਿੰਗ ਕੀਤੀ ਹੈ। ਕਹਿੰਦੇ ਆ ਵੀ 3-4 ਘੰਟੇ ਮੀਟਿੰਗ ਚੱਲੀ ਹੈ। ਹਾਲਾਂਕਿ ਬਾਅਦ ਦੇ ਵਿੱਚ ਮੀਡੀਆ ਦੇ ਮੂਹਰੇ ਆ ਕੇ ਮਾਲੀ ਹੋਰਾਂ ਨੇ ਜਾਂ ਬਾਕੀਆਂ ਨੇ ਇਹ ਤਾਂ ਨਹੀਂ ਗੱਲ ਕਹੀ ਵੀ ਅੰਦਰ ਸਾਡੇ ਕਿਹੜੇ-ਕਿਹੜੇ ਵਿਸ਼ਿਆਂ 'ਤੇ ਗੱਲ ਹੋਈ ਹੈ, ਪਰ ਮਾਲਵਿੰਦਰ ਸਿੰਘ ਮਾਲੀ ਨੇ ਇਹ ਗੱਲ ਕਹੀ ਹੈ ਜੀ ਕਿ ਸਭ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ। ਜੇਕਰ ਕੋਈ ਮੇਰੇ ਵਿਚਾਰਾਂ ਦੇ ਉੱਤੇ ਆਪਣੇ ਵਿਚਾਰ ਦਿੰਦਾ ਉਹਦਾ ਵੀ ਸਵਾਗਤ ਹੈ, ਪਰ ਇਹ ਮੇਰੇ ਨਿੱਜੀ ਤੌਰ ਦੇ ਉੱਤੇ ਵਿਚਾਰ ਹੈ। ਜੋ ਵੀ ਮੈਂ ਸੋਸ਼ਲ ਮੀਡੀਆ 'ਤੇ ਪੇਸ਼ ਕੀਤੇ ਆ ਇਹਦੇ ਉੱਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਇਸ ਮਾਮਲੇ 'ਤੇ ਰਾਜਨੀਤੀ ਬੜੀ ਭਖ ਗਈ ਹੈ। ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਹਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਆਪਣੇ ਸਲਾਹਕਾਰਾਂ ਨੂੰ ਕਾਬੂ 'ਚ ਰੱਖੇ। ਜਿਹੜੇ ਮਸਲਿਆਂ ਦੇ ਉੱਤੇ ਘੱਟ ਜਾਣਕਾਰੀ ਜਾਂ ਬਿਲਕੁਲ ਨਹੀਂ ਜਾਣਕਾਰੀ ਉਹਨਾਂ ਦੇ ਉੱਤੇ ਬੋਲਣਾ ਬੰਦ ਕਰਨਾ ਚਾਹੀਦਾ। ਮਨੀਸ਼ ਤਿਵਾੜੀ ਹੋਰੀ ਇਹ ਗੱਲ ਕਹਿੰਦੇ ਵੀ ਕੀ ਆਪਾਂ ਇਹਨਾਂ ਨੂੰ ਵੀ ਕਾਂਗਰਸੀ ਕਹੀਏ। ਹਰੀਸ਼ ਰਾਵਤ ਹੋਰੀ ਇਹ ਗੱਲ ਕਹਿੰਦੇ ਵੀ ਸਾਡੇ ਸਲਾਹਕਾਰ ਨਹੀਂ, ਪਾਰਟੀ ਦੇ ਸਲਾਹਕਾਰ ਨਹੀਂ ਨਿਯੁਕਤ ਕੀਤੇ ਗਏ, ਇਹ ਸਿੱਧੂ ਦੇ ਆਪਣੇ ਸਲਾਹਕਾਰ ਆ। ਸੋ ਇਸ ਮਾਮਲੇ ਦੇ ਉੱਤੇ ਬਹੁਤ ਸਾਰੇ ਵਿਚਾਰ ਆ ਕਿਉਂਕਿ ਮਾਲਵਿੰਦਰ ਮਾਲੀ ਹੋਰੀ ਇਹ ਗੱਲ ਕਹਿ ਰਹੇ ਕਿ ਜੰਮੂ ਕਸ਼ਮੀਰ ਨਾ ਭਾਰਤ ਦਾ ਨਾ ਪਾਕਿਸਤਾਨ ਦਾ, ਇਹ ਇੱਕ ਆਜ਼ਾਦ ਦੇਸ਼ ਹੈ। ਸੋ ਵੱਖੋ ਵੱਖਰੇ ਵਿਚਾਰ ਆ ਇਹਨਾਂ ਮਾਮਲਿਆਂ ਦੇ ਉੱਤੇ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਨਵਜੋਤ ਸਿੰਘ ਸਿੱਧੂ ਵਾਸਤੇ ਹੁਣ ਸਲਾਹਕਾਰਾਂ ਨੇ ਪੁਆੜਾ ਖੜਾ ਕਰ ਦਿੱਤਾ। ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਤੇ ਪਿਆਰੇ ਲਾਲ ਗਰਗ ਦੇ ਵੱਲੋਂ ਕੀਤੀਆਂ ਟਿੱਪਣੀਆਂ ਮਗਰੋਂ ਨਾ ਸਿਰਫ ਵਿਰੋਧੀ ਧਿਰਾਂ ਸਗੋਂ ਪਾਰਟੀ ਅੰਦਰੋਂ ਵੀ ਕਾਫੀ ਆਲੋਚਨਾ ਹੋ ਰਹੀ ਹੈ। ਮਾਮਲਾ ਗਰਮਾਉਂਦਾ ਵੇਖ ਕੇ ਸਿੱਧੂ ਨੇ ਲੰਘੇ ਕੱਲ੍ਹ ਦੋਵੇਂ ਸਲਾਹਕਾਰਾਂ ਨੂੰ ਆਪਣੀ ਰਿਹਾਇਸ਼ ਤੇ ਤਲਬ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਦਿਨ ਚੇਤਾਵਨੀ ਦਿੱਤੀ ਕਿ ਸਲਾਹਕਾਰਾਂ ਵੱਲੋਂ ਕੀਤੀਆਂ ਵਿਵਾਦਪੂਰਨ ਟਿੱਪਣੀਆਂ ਸੂਬਾ ਸਰਕਾਰ ਤੇ ਦੇਸ਼ ਦੇ ਅਮਨ ਤੇ ਸਥਿਰਤਾ ਲਈ ਖਤਰਨਾਕ ਸਾਬਤ ਹੋ ਸਕਦੀਆਂ ਨੇ। ਮਾਲੀ ਨੇ ਆਪਣੀ ਫੇਸਬੁੱਕ ਪੋਸਟ ਦੇ ਵਿੱਚ ਜੰਮੂ ਕਸ਼ਮੀਰ ਬਾਰੇ ਵਿਵਾਦਤ ਟਿੱਪਣੀਆਂ ਕੀਤੀਆਂ ਸਨ। ਪੋਸਟ ਵਿੱਚ ਉਹਨਾਂ ਨੇ ਜੰਮੂ ਕਸ਼ਮੀਰ ਨੂੰ ਇੱਕ ਵੱਖਰਾ ਦੇਸ਼ ਦੱਸਿਆ ਸੀ।
ਮਾਲੀ ਨੇ ਕਿਹਾ ਸੀ ਕਿ ਉਹਨਾਂ ਨੇ ਕਸ਼ਮੀਰ ਬਾਰੇ ਬਿਆਨ ਦਿੱਤਾ ਸੀ ਕਿ ਉਸ ਨੂੰ ਆਜ਼ਾਦ ਕੀਤਾ ਜਾਣਾ ਚਾਹੀਦਾ। ਇਸ ਤੋਂ ਇਲਾਵਾ ਉਹਨਾਂ ਨੇ ਪਾਕਿਸਤਾਨ ਤੇ ਭਾਰਤ ਵੱਲੋਂ ਕਸ਼ਮੀਰ ਤੇ ਨਜਾਇਜ਼ ਕਬਜ਼ੇ ਬਾਰੇ ਦੱਸਿਆ ਸੀ। ਇਸ ਖਬਰ ਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜੇ ਮਾਲਵਿੰਦਰ ਮਾਲੀ, ਡਾਕਟਰ ਪਿਆਰੇ ਲਾਲ ਗਰਗ ਜਾਂ ਕੋਈ ਵੀ ਹੋਰ ਵਿਅਕਤੀ ਕਿਸੇ ਪਾਰਟੀ ਜਾਂ ਕਿਸੇ ਵਿਅਕਤੀ ਰਾਜਨੀਤਿਕ ਵਿਅਕਤੀ ਨਾਲ ਨਾ ਜੁੜਿਆ ਹੋਵੇ ਤਾਂ ਫੇਸਬੁੱਕ ਦੇ ਉੱਤੇ ਪਈਆਂ ਹੋਈਆਂ ਇਹੋ ਜਿਹੀਆਂ ਪੋਸਟਾਂ ਨਿਕਲ ਜਾਂਦੀਆਂ ਅੱਖੋਂ ਥਾਣੀ, ਕਿਉਂਕਿ ਬੰਦਾ ਕਹਿੰਦਾ ਜੀ ਲੈ ਇਹ ਬੰਦੇ ਦੇ ਆਪਦੇ ਨਿੱਜੀ ਵਿਚਾਰ ਆ, ਜੋ ਲਿਖਤਾ ਠੀਕ ਆ। ਪਰ ਜਦੋਂ ਤੁਸੀਂ ਕਿਸੇ ਰਾਜਨੀਤਿਕ ਵਿਅਕਤੀ ਨਾਲ ਜੁੜੇ ਹੋਏ ਆ, ਕਿਸੇ ਦੇ ਸਲਾਹਕਾਰ ਆ, ਫਿਰ ਤੁਹਾਡੇ ਤੇ ਵਿਰੋਧੀ ਪਾਰਟੀਆਂ ਨੇ ਵੀ ਨਿਗਾਹ ਰੱਖਣੀ ਆ ਤੇ ਜਿਹੜੇ ਉਸੇ ਪਾਰਟੀ ਦੇ ਵਿੱਚ ਤੁਹਾਡੇ ਸ਼ਰੀਕ ਆ ਉਹਨਾਂ ਨੇ ਵੀ ਕੱਲੀ ਗੱਲ ਚੁਣ ਕੇ ਉਹਦਾ ਮੁੱਦਾ ਬਣਾਉਣਾ। ਸੋ ਆਉਂਦੇ ਸਮੇਂ ਦੇ ਵਿੱਚ ਭਾਵੇਂ ਕਿਸੇ ਵੀ ਪਾਰਟੀ ਦਾ ਕੋਈ ਵੀ ਸਲਾਹਕਾਰ ਆ, ਉਹਨੂੰ ਸਮੇਂ ਦੇ ਮੁਤਾਬਕ ਜ਼ਾਬਤੇ ਦੇ ਵਿੱਚ ਰਹਿ ਕੇ ਵਿਚਾਰ ਪ੍ਰਗਟ ਕਰਨੇ ਪੈਣਗੇ। ਜਾਂ ਤਾਂ ਤੁਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਨਾ ਜੁੜੇ ਹੋਵੋ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਾ ਜੁੜੇ ਹੋਵੋ, ਫਿਰ ਤਾਂ ਤੁਸੀਂ ਆਪਦੇ ਵਿਚਾਰ ਜਿਵੇਂ ਮਰਜ਼ੀ ਪੇਸ਼ ਕਰੋ, ਤੁਸੀਂ ਕਹੋ ਮੈਂ ਇਹਦੇ ਲਈ ਜ਼ਿੰਮੇਵਾਰ ਹਾਂ। ਪਰ ਇਹਦੇ ਲਈ ਹੁਣ ਉਸ ਵਿਅਕਤੀ ਨੂੰ ਵੀ ਵਿੱਚ ਲਿਆਂਦਾ ਜਾਂਦਾ ਜਿਹੜੇ ਵਿਅਕਤੀ ਦੇ ਨਾਲ ਤੁਸੀਂ ਜੁੜੇ ਹੋਏ ਆ। ਸੋ ਆਉਂਦੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਪਾਟੋ ਧਾੜ ਕਿੰਨੀ ਕੁ ਰਹੂਗੀ, ਸਲਾਹਕਾਰਾਂ ਦੇ ਮਾਮਲੇ ਦੇ ਉੱਤੇ ਆਉਂਦੇ ਸਮੇਂ ਦੇ ਵਿੱਚ ਮੁੱਦੇ ਕਿਹੋ ਜਿਹੇ ਬਣਨਗੇ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।